ਜਿਹੜੀ ਇੱਕ ਸਾਖ ਬਣੀ ਸੀ ਉਹ ਇਸ ਇੱਕ ਮਾਮਲੇ ਨੇ ਧੋ ਕੇ ਰੱਖਤੀ ਔਰ ਅੱਜ ਅਮਰੀਕਾ ਵੀ ਖੁੱਲ੍ਹ ਕੇ ਕੈਨੇਡਾ ਦਾ ਸਾਥ ਦੇ ਰਿਹਾ ਹੈ। ਤੁਸੀਂ ਵੇਖੋ ਨਾ 18 ਮਈ ਨੂੰ ਜਦੋਂ ਪੰਜਵੜ ਦਾ ਕਤਲ ਹੁੰਦਾ ਪਾਕਿਸਤਾਨ ਦੇ ਵਿੱਚ ਤਾਂ ਉਸ ਤੋਂ ਪਿੱਛੋਂ ਹਰਦੀਪ ਸਿੰਘ ਨਿੱਜਰ ਹੁਣੀ ਸਟੇਟਮੈਂਟ ਕੱਢ ਕੇ ਇੱਕ ਖਦਸ਼ਾ ਪ੍ਰਗਟਾਉਂਦੇ ਨੇ ਕਿ ਅਜਿਹਾ ਕੁਝ ਇੱਥੇ ਵੀ ਹੋਊਗਾ, ਕਿਉਂਕਿ ਪੰਜਵੜ ਦੀ ਹੱਤਿਆ ਪਿੱਛੇ ਉਹਨਾਂ ਦਾ ਮੰਨਣਾ ਸੀ ਕਿ ਭਾਰਤੀ ਏਜੰਸੀਆਂ ਨੇ ਜਿਹੜੇ ਭਾਰਤ ਦੇ ਕਾਤਲ ਹਾਇਰ ਕਰਕੇ ਉਹਨਾਂ ਦਾ ਕਤਲ ਕਰਵਾਇਆ ਗਿਆ। ਸੋ ਉਹ ਕੁਝ ਇੱਥੇ ਵੀ ਹੋ ਸਕਦਾ, ਕਿਉਂਕਿ ਇੱਥੇ ਵੀ ਜਿਹੜੇ ਭਾਰਤ ਤਸਵੀਰਾਂ ਨਾਲ ਤੁਰੇ ਫਿਰਦੇ ਨੇ ਕਈ, ਉਹਨਾਂ ਦੇ ਗੈਂਗਾਂ ਨਾਲ ਸੰਬੰਧ ਨੇ। ਤੁਹਾਨੂੰ ਯਾਦ ਹੋਵੇਗਾ ਜਦੋਂ ਪੋਖਰਾਨ ਵਿੱਚ ਭਾਰਤ ਨੇ ਨਿਊਕਲੀਅਰ ਬਿਲਕੁਲ ਐਟੋਮਿਕ ਜਦੋਂ ਕੀਤਾ ਸੀ ਉਦੋਂ ਕੈਨੇਡਾ ਨੇ ਆਪਣੇ ਡਿਪਲੋਮੈਟ ਵਾਪਸ ਬੁਲਾ ਲਏ ਸੀ ਜੀ ਔਰ ਅਗੇਂਸਟ ਸੈਂਕਸ਼ਨਸ ਵੀ ਲਾਗੂ ਕੀਤੀਆਂ ਸੀ। ਟਰੂਡੋ ਦਾ ਮਜ਼ਾਕ ਵੀ ਉਡਾ ਰਹੇ ਸੀ, ਉਹਨੂੰ ਕ੍ਰਿਟਿਸਾਈਜ਼ ਵੀ ਕਰ ਰਹੇ ਸੀ। ਜੋ ਕੁਝ ਦਿੱਲੀ ਦੇ ਵਿੱਚ ਉਹਨਾਂ ਨਾਲ ਹੋਇਆ ਉਹ ਟਵੀਟ ਵੀ ਬਾਰ-ਬਾਰ ਕਰ ਰਹੇ ਸੀ, ਪਰ ਕੱਲ ਉਹ ਵੀ ਆਪਣੇ ਮੁਲਕ ਦੇ ਹੱਕ 'ਚ ਸਟਰੋਂਗਲੀ ਖੜੇ ਨਜ਼ਰ ਆਏ, ਸਰਕਾਰ ਦੇ ਨਾਲ ਖੜੇ ਨਜ਼ਰ ਆਏ। ਤਾਂ ਇਨਡਾਇਰੈਕਟਲੀ ਇਹ ਜਿਹੜਾ ਮਾਮਲਾ ਹੈ ਸਾਰਾ ਇਹ ਟਰੂਡੋ ਨੂੰ ਜਾਂ ਜਗਮੀਤ ਸਿੰਘ ਨੂੰ ਕੀ ਰਾਸ ਆ ਰਿਹਾ। ਔਰ ਮੇਰੇ ਨਾਲ ਲਾਈਨ ਦੇ ਉੱਤੇ ਦੋ ਬੜੇ ਹੀ ਸੀਨੀਅਰ ਪੱਤਰਕਾਰ ਨੇ, ਪ੍ਰਭਜੋਤ ਸਿੰਘ ਜੀ ਸਾਡੇ ਨਾਲ ਅਕਸਰ ਰੋਜ਼ ਜੁੜਦੇ ਆ ਔਰ ਜਦੋਂ ਕਿਤੇ ਮੌਕਾ ਮਿਲੇ ਤੇ ਬ੍ਰਿਟਿਸ਼ ਕੋਲੰਬੀਆ ਤੋਂ ਸਾਡੇ ਨਾਲ ਜੁੜਦੇ। ਗੁਰਪ੍ਰੀਤ ਸਿੰਘ ਹੋਰੀ। ਗੁਰਪ੍ਰੀਤ, ਸਵਾਗਤ ਕਰਦੇ, ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਮੰਚ ਮੁਹੱਈਆ ਕਰਨ ਲਈ, ਧੰਨਵਾਦ ਤੁਹਾਡਾ। ਔਰ ਪ੍ਰਭਜੋਤ ਜੀ ਤੁਹਾਡਾ ਵੀ ਸਵਾਗਤ ਕਰਦੇ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁਰਪ੍ਰੀਤ, ਤੁਸੀਂ ਇਸ ਮਾਮਲੇ ਨਾਲ ਬਹੁਤ ਨੇੜਿਓਂ ਜੁੜੇ ਹੋਏ ਹੋ ਔਰ ਤੁਸੀਂ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ ਨਿੱਜਰ ਹੋਰਾਂ ਦੀ, ਹਰਦੀਪ ਹੋਰਾਂ ਦੀ, ਔਰ ਤੁਸੀਂ ਉਦੋਂ ਹੀ ਕਹਿ ਦਿੱਤਾ ਸੀ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਉਹਨਾਂ ਨੇ ਵੀ ਗੱਲ ਕਹੀ ਸੀ ਕਿ ਹਾਂ ਮੈਨੂੰ ਪਤਾ ਹੈ, ਮੈਨੂੰ ਸਿਕਿਉਰਿਟੀ ਏਜੰਸੀਆਂ ਵੱਲੋਂ ਬਾਰ-ਬਾਰ ਇੱਕ ਤਰ੍ਹਾਂ ਦਾ ਵਾਰਨ ਕੀਤਾ ਜਾ ਰਿਹਾ ਹੈ। ਤਾਂ ਤੁਸੀਂ ਸ਼ੁਰੂ ਤੋਂ ਇਸ ਬਹੁਤ ਕਲੋਜ਼ਲੀ ਵਾਚ ਕੀਤਾ ਸਾਰੀਆਂ ਡਿਵੈਲਪਮੈਂਟਸ ਨੂੰ। ਹੁਣ ਜਿੱਥੇ ਪਹੁੰਚੇ ਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਗੱਲ ਅਸਲ ਸੈਣੀ ਸਾਹਿਬ ਕਿ ਜੋ ਜਸਟਿਨ ਟਰੂਡੋ ਨੇ ਗੱਲ ਆਖੀ ਹੈ, ਉਹਨੇ ਇੱਕ ਤਰੀਕੇ ਨਾਲ ਮੈਂ ਕਹੂੰਗਾ ਕਿ ਹਰਦੀਪ ਸਿੰਘ ਨਿੱਜਰ ਨੇ ਜੋ ਕਿਹਾ ਸੀ ਉਸਨੂੰ ਪੋਸਟਮਸਲੀ ਵਿੰਡੀਕੇਟ ਕੀਤਾ ਉਸ ਗੱਲ ਨੂੰ। ਮਤਲਬ ਹਰਦੀਪ ਸਿੰਘ ਨਿੱਜਰ ਹੀ ਨਹੀਂ, ਹਰਦੀਪ ਸਿੰਘ ਨਿੱਜਰ ਤਾਂ ਨੇ ਕਿਹਾ ਸੀ ਵੀ ਮੇਰੇ ਨਾਲ ਇੱਦਾਂ ਹੋ ਸਕਦਾ, ਮਗਰ ਉਹਨਾਂ ਦੀ ਜਦੋਂ ਹੱਤਿਆ ਹੋ ਜਾਂਦੀ ਹੈ, ਪਟੀਸ਼ਨ ਸਾਈਨ ਹੁੰਦੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਸੋ ਸਿੱਖ ਸੰਗਤ ਔਰ ਜਿਹੜੇ ਉਹਨਾਂ ਦੇ ਸਮਰਥਕ ਕਹਿੰਦੇ ਆ ਰਹੇ ਸੀ ਕਿ ਇਸ ਦੇ ਵਿੱਚ ਭਾਰਤ ਏਜੰਸੀ ਦਾ ਹੱਥ ਹੋ ਸਕਦਾ। ਨਿੱਜਰ ਸਾਹਿਬ ਖੁਦ ਕਹਿ ਰਹੇ ਸੀ ਕਿ ਭਾਰਤ ਏਜੰਸੀਆਂ ਮੇਰੇ ਮਗਰ ਪਈਆਂ ਹੋਈਆਂ ਨੇ। ਸੋ ਅੱਜ ਜਸਟਿਨ ਟਰੂਡੋ ਨੇ ਇਹ ਬਿਆਨ ਦੇ ਕੇ ਜੋ ਕੁਝ ਵੀ ਕਿਹਾ ਜਾ ਰਿਹਾ ਸੀ ਨਿੱਜਰ ਵੱਲੋਂ ਜਾਂ ਸਮਰਥਕਾਂ ਵੱਲੋਂ, ਉਸ ਤੇ ਮੋਹਰ ਲਾ ਦਿੱਤੀ ਹੈ। ਇਹ ਗੱਲ ਬਹੁਤ ਇੰਪੋਰਟੈਂਟ ਹੈ, ਛੋਟੀ ਮੋਟੀ ਗੱਲ ਹੈ ਨਹੀਂ ਆ ਵਾਲੀ। ਔਰ ਕੋਈ ਹੈਰਾਨੀ ਉਹਨਾਂ ਲੋਕਾਂ ਨੂੰ ਤਾਂ ਹੋਈ ਨਹੀਂ ਜਿਹੜੇ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਪਿੱਛੇ ਭਾਰਤੀ ਦਾ ਹੱਥ ਹੋ ਸਕਦਾ। ਤੁਸੀਂ ਵੇਖੋ ਨਾ 18 ਮਈ ਨੂੰ ਜਦੋਂ ਪੰਜਵੜ ਦਾ ਕਤਲ ਹੁੰਦਾ ਪਾਕਿਸਤਾਨ ਦੇ ਵਿੱਚ ਤਾਂ ਉਸ ਤੋਂ ਪਿੱਛੋਂ ਹਰਦੀਪ ਸਿੰਘ ਨਿੱਜਰ ਹੁਣੀ ਸਟੇਟਮੈਂਟ ਕੱਢ ਕੇ ਇੱਕ ਖਦਸ਼ਾ ਪ੍ਰਗਟਾਉਂਦੇ ਨੇ ਕਿ ਅਜਿਹਾ ਕੁਝ ਇੱਥੇ ਵੀ ਹੋਊਗਾ, ਕਿਉਂਕਿ ਪੰਜਵੜ ਦੀ ਹੱਤਿਆ ਪਿੱਛੇ ਉਹਨਾਂ ਦਾ ਮੰਨਣਾ ਸੀ ਕਿ ਭਾਰਤੀ ਏਜੰਸੀਆਂ ਨੇ ਜਿਹੜੇ ਭਾਰਤ ਦੇ ਕਾਤਲ ਹਾਇਰ ਕਰਕੇ ਉਹਨਾਂ ਦਾ ਕਤਲ ਕਰਵਾਇਆ ਗਿਆ। ਸੋ ਉਹ ਕੁਝ ਇੱਥੇ ਵੀ ਹੋ ਸਕਦਾ, ਕਿਉਂਕਿ ਇੱਥੇ ਵੀ ਜਿਹੜੇ ਭਾਰਤ ਤਸਵੀਰਾਂ ਨਾਲ ਤੁਰੇ ਫਿਰਦੇ ਨੇ ਕਈ, ਉਹਨਾਂ ਦੇ ਗੈਂਗਾਂ ਨਾਲ ਸੰਬੰਧ ਨੇ। ਸੋ ਇਸ ਰੌਸ਼ਨੀ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਸੀ। 18 ਮਈ ਨੂੰ ਮੈਨੂੰ ਇੰਟਰਵਿਊ ਦਿੰਦੇ ਆ, 18 ਜੂਨ ਨੂੰ ਯਾਨੀ ਪੂਰੇ ਇੱਕ ਮਹੀਨੇ ਬਾਅਦ ਉਹਨਾਂ ਦਾ ਕਤਲ ਹੋ ਜਾਂਦਾ। ਸੋ ਇਸ ਕਰਕੇ ਮਤਲਬ ਇਹ ਗੱਲ ਲੱਗਦੀ ਸੀ ਮਨ ਨੂੰ ਕਿ ਇਸ ਦੇ ਪਿੱਛੇ ਭਾਰਤ ਏਜੰਸੀਆਂ ਹੋ ਸਕਦੀਆਂ ਨੇ। ਹੁਣ ਜਦੋਂ ਟਰੂਡੋ ਨੇ ਗੱਲ ਕਹਿ ਦਿੱਤੀ ਹੈ ਜਾਂ ਕੈਨੇਡੀਅਨ ਖੁਫੀਆ ਏਜੰਸੀਆਂ ਨੇ ਜੋ ਗਲੋਬਲ ਅਖਬਾਰ ਨੂੰ ਰਿਪੋਰਟਾਂ ਦਿੱਤੀਆਂ ਨੇ, ਉਸ ਦੇ ਮੁਤਾਬਕ ਹੁਣ ਇਹ ਗੱਲ ਕਾਫੀ ਹੱਦ ਤੱਕ ਸਪਸ਼ਟ ਹੁੰਦੀ ਨਜ਼ਰ ਆ ਰਹੀ ਹੈ। ਸੋ ਇਸ ਵਿੱਚੋਂ ਹੁਣ ਭਾਰਤ ਸਰਕਾਰ ਛੇਤੀ ਕਿਸੇ ਉਸਦੀ ਖਲਾਸੀ ਨਹੀਂ ਹੋਣ ਲੱਗੀ, ਪਰ ਹੁਣ ਵੇਖਣਾ ਹੈ ਕਿ ਹੁਣ ਬਿਆਨ ਤਾਂ ਦੇਤਾ, ਇੱਕ ਭਾਰਤੀ ਸਫੀਰ ਵੀ ਕੱਢ ਮਾਰਿਆ, ਪਰ ਅਗਾਂਹ ਜਿਹੜੇ ਹਥਿਆਰਾਂ ਨੇ ਕੀ ਉਹਨਾਂ ਦੀ ਪੈੜ ਨੱਪੀ ਜਾ ਸਕੇਗੀ, ਕਿ ਜਿਨ੍ਹਾਂ ਨੇ ਪੈਸਾ ਲਾਇਆ ਹਰਦੀਪ ਸਿੰਘ ਨਿੱਜਰ ਨੂੰ ਕਤਲ ਕਰਾਉਣ ਲਈ, ਉਹਨਾਂ ਦੇ ਚਿਹਰੇ ਨੰਗੇ ਹੋ ਸਕਣਗੇ। ਇਹ ਹੁਣ ਬਾਜ਼ਾਰ ਜੀ। ਪ੍ਰਭਜੋਤ ਜੀ, ਤੁਹਾਡਾ ਵੀ ਸਵਾਗਤ ਕਰਦੇ ਹਾਂ। ਜੀ। ਅੱਛਾ, ਇਹ ਦੱਸੋ ਕਿ ਮੋਦੀ ਪ੍ਰਾਈਮ ਮਿਨਿਸਟਰ ਮੋਦੀ ਨੇ ਜਿਹੜਾ G20 ਸਮਿਟ ਕਰਾਇਆ ਔਰ ਬੱਲੇ ਬੱਲੇ ਕਰਾਈ, ਕਈ ਲੋਕ ਇਸ ਗੱਲ ਤੋਂ ਖਫਾ ਨੇ ਕਿ 4000 ਕਰੋੜ ਦਾ ਇਹ ਜਿਹੜਾ ਵੀ ਜੋ ਕੁਝ ਵੀ ਸਮਿਟ ਸੀ ਇਹ 'ਚ ਮੋਦੀ ਉਹ ਸਿਰਫ ਮੋਦੀ ਹੋਇਆ, ਭਾਰਤ ਵੀ ਕਿਤੇ ਨਾ ਕਿਤੇ ਗਾਇਬ ਰਿਹਾ। ਉਹ ਗੱਲ ਵੱਖਰੀ ਹੈ ਕਿ ਭਾਰਤ ਔਰ ਇੰਡੀਆ ਦਾ ਹੁਣ ਜਿਹੜਾ ਉਹ ਇੱਕ ਨਵਾਂ ਕਨਫਲਿਕਟ ਨਾਵਾਂ ਦਾ ਹੀ ਪੈਦਾ ਕਰ ਦਿੱਤਾ ਗਿਆ ਇਸੇ ਹੀ G20 ਸਮਿਟ ਦੇ ਦੌਰਾਨ। ਪਰ ਇਹ 'ਚ ਕੋਈ ਦੋ ਰਾਏ ਨਹੀਂ ਕਿ ਭਾਰਤ ਨੇ ਬੜਾ ਸਫਲ ਇਹ ਜਿਹੜਾ ਕਰਾ ਕੇ G20 ਸਮਿਟ ਔਰ ਜੋ ਰੈਜ਼ੋਲੂਸ਼ਨ ਪਾਸ ਕਰਵਾਉਣੇ ਸੀ ਉਹ ਵੀ ਕਰਵਾਏ, ਵਾਹ ਖੱਟ ਲਈ। ਪਰ ਅੰਤਰਰਾਸ਼ਟਰੀ ਮੰਚ ਦੇ ਉੱਤੇ ਜੋ ਪ੍ਰਾਈਮ ਮਿਨਿਸਟਰ ਮੋਦੀ ਦੀ ਜਾਂ ਭਾਰਤ ਦੀ ਵੀ ਕਹਿ ਸਕਦੇ ਹਾਂ ਨਾਲ ਹੀ, ਕਿਉਂਕਿ ਪ੍ਰਾਈਮ ਮਿਨਿਸਟਰ ਤਾਂ ਭਾਰਤ ਦੇ ਹੀ ਨੇ ਆਖਿਰਕਾਰ, ਜਿਹੜੀ ਇੱਕ ਸਾਖ ਬਣੀ ਸੀ ਉਹ ਇਸ ਇੱਕ ਮਾਮਲੇ ਨੇ ਧੋ ਕੇ ਰੱਖਤੀ ਔਰ ਅੱਜ ਅਮਰੀਕਾ ਵੀ ਖੁੱਲ੍ਹ ਕੇ ਕੈਨੇਡਾ ਦਾ ਸਾਥ ਦੇ ਰਿਹਾ ਹੈ, ਸਟਰੋਂਗਲੀ ਕੰਡੈਮਡ ਕਰ ਰਿਹਾ ਔਰ ਬਹੁਤ ਜ਼ਿਆਦਾ ਸਟਰੋਂਗਲੀ ਸ਼ਬਦ ਵਰਤੇ ਅਮਰੀਕਾ ਨੇ।
ਔਰ ਇਹ ਵੀ ਪਤਾ ਲੱਗਾ ਕਿ ਯੂਕੇ ਨਾਲ ਸਭ ਤੋਂ ਪਹਿਲਾਂ ਗੱਲ ਕੀਤੀ ਗਈ। ਜਿਹੜੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਪ੍ਰਾਈਮ ਮਿਨਿਸਟਰ ਨੇ, ਉਹ ਦਿੱਲੀ ਬੈਠੇ ਸੀ। ਪਤਾ ਲੱਗ ਰਿਹਾ ਕਿ ਉੱਥੇ ਹੋਟਲ 'ਤੇ ਬੈਠੇ ਹੋਰ ਕੰਮ ਨਹੀਂ ਕੀਤਾ, ਉਹਨਾਂ ਨੇ ਇਹੀ ਕੰਮ ਕੀਤਾ ਉੱਥੋਂ ਕਿ ਇਹੀ ਮੁੱਦਾ ਜਿਹੜਾ ਸਭ ਤੋਂ ਪਹਿਲਾਂ ਮੈਂ ਇਹਨੂੰ ਰੇਜ਼ ਕਰਾਂਗਾ। ਔਰ ਯੂਕੇ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਾਲ ਗੱਲ ਕੀਤੀ ਗਈ, ਅਮਰੀਕਾ ਨੂੰ ਕਾਨਫਰੰਸ 'ਚ ਲਿਆ ਗਿਆ, ਆਸਟ੍ਰੇਲੀਆ ਦਾ ਬਿਆਨ ਆ ਗਿਆ ਹੈ, ਫਰਾਂਸ ਨਾਲ ਗੱਲ ਹੋ ਗਈ ਹੈ। ਤਾਂ ਇੱਕਦਮ ਜਿਹੜੇ ਸਾਰੇ ਮੁਲਕ G7 ਦੇ ਖਾਸ ਤੌਰ ਦੇ ਉੱਤੇ ਅਲਾਈਜ਼ ਨੇ, ਜਿਹੜੇ ਸਦੀਆਂ ਤੋਂ ਅਲਾਈਜ਼ ਨੇ ਇੱਕ ਦੂਜੇ ਦੇ, ਉਹ ਇਕੱਠੇ ਹੋ ਗਏ ਨੇ। ਔਰ ਭਾਰਤ ਇਸ ਵੇਲੇ ਬਹੁਤ ਡਿਫੈਂਸਿਵ ਸਿਚੁਏਸ਼ਨ 'ਚ ਜਾ ਪਿਆ। ਜੀ ਬਿਲਕੁਲ, ਭਾਰਤ ਇਸ ਸਿਚੁਏਸ਼ਨ ਦੇ ਖੁਦ ਜ਼ਿੰਮੇਵਾਰ ਹੈ। ਬਿਕੋਜ਼ ਜਦੋਂ ਤੁਸੀਂ ਡਾਇਲਾਗ ਦੀ ਆਪਸ਼ਨ ਬੰਦ ਕਰਕੇ ਇੱਕ ਤਰ੍ਹਾਂ ਦਾ ਪੋਲੀਟੀਕਲ ਸਨੱਬ ਦੀ ਟੈਂਡੈਂਸੀ ਪਹੁੰਚ ਜਾਂਦੇ ਹੋ, ਤੁਹਾਨੂੰ ਲੱਗਦਾ ਕਿ ਤੁਹਾਡੀ ਲੀਡਰਸ਼ਿਪ ਇਮਰਜ ਕਰ ਰਹੀ ਹੈ, ਤੁਸੀਂ ਯੂ ਡੋਂਟ ਕੇਅਰ ਫॉर ਐਨੀਬਡੀ, ਤਾਂ ਜਿਹੜੇ ਤੁਹਾਨੂੰ ਕੋਈ ਗੱਲ ਤੁਹਾਡੇ ਨੋਟਿਸ ਵਿੱਚ ਲਿਆਉਂਦਾ ਹੈ, ਜੇ ਤੁਸੀਂ ਉਹਦਾ ਕੋਗਨੀਜੈਂਸ ਨਹੀਂ ਲੈਂਦੇ, ਔਰ ਉਸ ਤੋਂ ਬਾਅਦ ਇਹ ਸਾਰਾ ਕੁਝ ਹੋਣਾ ਲਾਜ਼ਮੀ ਹੀ ਸੀ। ਪਰ ਕਿਉਂਕਿ ਇਹ ਸਿਚੁਏਸ਼ਨ ਇੱਦਾਂ ਦੀ ਬਣ ਗਈ ਹੈ ਕਿ ਜਿਹੜੇ ਕੈਨੇਡਾ ਤੇ ਭਾਰਤ ਦੇ ਬੇਸ਼ੱਕ ਸਰਕਾਰੀ ਤੌਰ ਤੇ ਸੰਬੰਧ ਜੋ ਮਰਜ਼ੀ ਹੋਣ, ਲੇਕਿਨ ਜਿਹੜੇ ਲੋਕਾਂ ਤੋਂ ਲੋਕ ਦੇ ਸੰਬੰਧ ਨੇ, ਜਿਹੜੇ ਇੰਨੇ ਗਹਿਰੇ ਰਿਸ਼ਤੇ ਨੇ, ਬਹੁਤ ਗਹਿਰੇ ਰਿਸ਼ਤੇ ਨੇ ਲੋਕਾਂ ਦੇ ਆਪਸ ਵਿੱਚ, ਕੈਨੇਡਾ ਵਾਲੇ ਤੇ ਭਾਰਤ ਵਾਲੇ ਜਾਂ ਪੰਜਾਬ ਵਾਲੇ ਖਾਸ ਕਰਕੇ, ਕਿਉਂਕਿ ਬਹੁਤ ਸਾਰੇ ਭਾਰਤੀ ਮੂਲ ਦੇ ਨੇ ਡਾਇਸਪੋਰਾ ਵਿੱਚ, ਉਹ ਪੰਜਾਬੀ ਮੂਲ ਦੇ ਨੇ। ਸੋ ਉਹਨਾਂ ਦੇ ਜਿਹੜੇ ਰਿਲੇਸ਼ਨ ਨੇ, ਪੀਪਲ ਟੂ ਪੀਪਲ ਰਿਲੇਸ਼ਨ ਇੰਨੇ ਸਟਰੋਂਗ ਨੇ, ਤੇ ਕਦੇ ਕਦੇ ਇਹ ਚੀਜ਼ਾਂ ਇੰਨੀਆਂ ਸਿਗਨੀਫਿਕੈਂਟਲੀ ਮੈਟਰ ਤਾਂ ਕਰਦੀਆਂ ਨੇ, ਪਰੰਤੂ ਉਹ ਰਿਲੇਸ਼ਨ ਜਿਹੜੇ ਨੇ ਉਹ ਇੰਟੈਕਟ ਰਹਿੰਦੇ ਨੇ। ਗਵਰਨਮੈਂਟ ਦੇ ਆਪਸ ਰਿਲੇਸ਼ਨ, ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕੈਨੇਡਾ ਨਾਲ ਭਾਰਤ ਦੇ ਰਿਲੇਸ਼ਨ ਇੰਨੇ ਖਰਾਬ ਹੋਏ ਨੇ। ਤੁਹਾਨੂੰ ਯਾਦ ਹੋਏਗਾ ਜਦੋਂ ਪੋਖਰਾਨ ਵਿੱਚ ਭਾਰਤ ਨੇ ਨਿਊਕਲੀਅਰ ਬਿਲਕੁਲ ਠੀਕ ਐਟੋਮਿਕ ਜਦੋਂ ਕੀਤਾ ਸੀ, ਉਦੋਂ ਕੈਨੇਡਾ ਨੇ ਆਪਣੇ ਡਿਪਲੋਮੈਟ ਵਾਪਸ ਬੁਲਾ ਲਏ ਸੀ ਜੀ, ਔਰ ਅਗੇਂਸਟ ਸੈਂਕਸ਼ਨਸ ਵੀ ਲਾਗੂ ਕੀਤੀਆਂ ਸੀ। ਲੇਕਿਨ ਫਿਰ ਗ੍ਰੈਜੂਅਲੀ ਸਮੇਂ ਦੇ ਨਾਲ ਤੁਹਾਡੇ ਰਿਕੁਆਇਰਮੈਂਟਸ ਹੁੰਦੀਆਂ ਨੇ, ਇੰਟਰਨੈਸ਼ਨਲ ਟ੍ਰੇਡ ਦੀਆਂ, ਇੰਟਰਨੈਸ਼ਨਲ ਪੋਲੀਟੀਕਲ ਪ੍ਰੈਸ਼ਰ ਹੁੰਦੇ ਨੇ, ਡਿਪਲੋਮੈਟਿਕ ਚੈਨਲ ਥਰੂ ਕੰਮ ਹੁੰਦਾ, ਔਰ ਫਿਰ ਗ੍ਰੈਜੂਅਲੀ ਰਿਲੇਸ਼ਨ ਨਾਰਮਲ ਹੋਣ ਲੱਗ ਪਏ ਸਨ, ਔਰ ਲੱਗਦਾ ਸੀ ਕਿ ਇਹ ਰਿਲੇਸ਼ਨ ਠੀਕ ਹੁੰਦੇ ਜਾਣਗੇ। ਲੇਕਿਨ ਜਿਵੇਂ ਤੁਸੀਂ ਦੱਸਿਆ ਕਿ 2018 ਦੀ ਵਿਜ਼ਿਟ ਤੋਂ ਬਾਅਦ ਫਿਰ ਇੱਕ ਠਾਹ ਆ ਗਿਆ ਸੀ ਰਿਲੇਸ਼ਨਸ਼ਿਪ ਵਿੱਚ, ਤੇ ਉਹ ਠਾਹ ਹੁਣ ਪੂਰਾ ਇੱਕ ਧਮਾਕੇ ਵਾਂਗੂ ਉਹ ਹੁਣ ਫੁੱਟਿਆ, ਇੱਕ ਲਾਵੇ ਵਾਂਗੂ ਫੁੱਟਿਆ। ਜੋ ਜਿਹੜਾ ਡਿਫਰੈਂਸ ਵੱਧਦਾ ਹੀ ਗਿਆ, ਉਹ ਘਟਿਆ ਨਹੀਂ। ਉਹਦੇ ਸ਼ਾਇਦ ਮੈਨੂੰ ਲੱਗਦਾ ਕਿ ਜਿਹੜੀ ਡਿਪਲੋਮੈਟਿਕ ਜਿਹੜੀ ਹੁੰਦੀ ਹੈ, ਇੱਕ ਐਕੂਮੈਨ ਹੁੰਦਾ, ਉਹਨੂੰ ਯੂਜ਼ ਨਹੀਂ ਕੀਤਾ ਗਿਆ, ਔਰ ਰਿਲੇਸ਼ਨ ਖਰਾਬ ਹੁੰਦੇ ਗਏ। ਔਰ ਕੈਨੇਡਾ ਵਿੱਚ ਜਿਹੜੀਆਂ ਸਮੱਸਿਆਵਾਂ ਸੀ ਉਹ ਥੋੜ੍ਹੀਆਂ ਜਿਹੀਆਂ ਡਿਫਰੈਂਟ ਵੀ ਸਨ, ਕਿ ਪੋਲੀਟੀਕਲ ਇੰਟਰਫੀਅਰੈਂਸ ਆਫ ਫੋਰਨ ਨੇਸ਼ਨਸ, ਜਿਵੇਂ ਚਾਈਨਾ ਦਾ ਸੀ ਇੰਟਰਫੀਅਰੈਂਸ ਜਾਂ ਹੋਰ ਕੰਟਰੀਆਂ ਦਾ ਸੀ, ਤੇ ਉਹਦੇ ਵਿੱਚ ਨਾ ਭਾਰਤ ਦਾ ਵੀ ਜੁੜ ਗਿਆ। ਸੋ ਉਹ ਜਿਹੜੀ ਆਪਣੀ ਇੰਟਰਨਲ ਇਨਕੁਆਇਰੀ ਕੈਨੇਡਾ ਨੇ ਆਰਡਰ ਕੀਤੀ ਸੀ, ਜਿਹੜੀ ਮੌਂਟਰੀਅਲ ਤੋਂ ਜੱਜ ਲਗਾਏ ਗਏ ਨੇ ਜੋ ਇੰਟਰਫੀਅਰੈਂਸ ਦਾ ਪੂਰਾ ਜਾਇਜ਼ਾ ਲੈਣ, ਤੇ ਉਹਦੇ ਨਾਲ ਜਿਹੜੇ ਇੰਸੀਡੈਂਟ ਹੋਏ ਉਹ ਨਾਲ ਜੁੜਦੇ ਗਏ। ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਗਿਆ। ਸੋ ਸਾਰੇ ਚੀਜ਼ਾਂ ਇਨ ਟੋਟੈਲਿਟੀ ਵਿੱਚ ਜੋ ਦੇਖੀਆਂ ਗਈਆਂ, ਤਾਂ ਕੈਨੇਡਾ ਨੂੰ ਕਿਤੇ ਨਾ ਕਿਤੇ ਜ਼ਰੂਰ ਲੱਗਿਆ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਬਾਹਰ ਦੀਆਂ ਤਾਕਤਾਂ ਇੰਟਰਫੀਅਰ ਕਰ ਰਹੀਆਂ ਨੇ, ਸਾਡੇ ਸਿਸਟਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਸਾਨੂੰ ਡਿਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਸੋ ਨੈਚੁਰਲ ਹੈ ਕਿ ਕੈਨੇਡਾ ਚੁੱਪ ਤਾਂ ਨਹੀਂ ਰਹੇਗਾ, ਕੈਨੇਡਾ ਤਾਂ ਰਿਐਕਟ ਕਰੇਗਾ। ਸੋ ਕੈਨੇਡਾ ਨੇ ਥੋੜਾ ਸਮਾਂ ਲਿਆ ਰਿਐਕਟ ਕਰਨ ਦੇ ਵਿੱਚ। ਔਰ ਜੋ ਦਿੱਲੀ ਵਿਜ਼ਿਟ ਹੋਈ ਤਾਂ ਲੱਗਦਾ ਸੀ ਕਿ ਟਰੂਡੋ ਬਿਲਕੁਲ ਨਾਮੋਸ਼ੀ ਨਾਲ ਵਾਪਸ ਆਏ ਨੇ, ਲੇਕਿਨ ਇਹ ਨਹੀਂ ਪਤਾ ਸੀ ਕਿ ਉਹ ਕੀ ਗੱਲ ਕਰਕੇ ਆਏ ਨੇ, ਕਿਉਂਕਿ ਜਿਹੜੇ ਦੋਨਾਂ ਦੇ ਬਿਆਨ ਆਏ ਸੀ ਮੀਟਿੰਗ ਤੋਂ ਬਾਅਦ, ਬੇਸ਼ੱਕ ਮੀਟਿੰਗ ਤਾਂ 14-15 ਮਿੰਟ ਦੀ ਹੋਈ ਸੀ, ਮੋਦੀ ਜੀ ਔਰ ਜਸਟਿਨ ਟਰੂਡੋ ਜੀ, ਉਸ ਤੋਂ ਬਾਅਦ ਦੋਨਾਂ ਨੇ ਅਲੱਗ-ਅਲੱਗ ਬਿਆਨ ਦਿੱਤੇ। ਇੰਡੀਆ ਨੇ ਅਲੱਗ ਬਿਆਨ ਦਿੱਤਾ ਸੀ ਬਿਲਕੁਲ ਡਿਫਰੈਂਟ, ਔਰ ਕੈਨੇਡਾ ਨੇ ਅਲੱਗ ਬਿਆਨ ਦਿੱਤਾ ਸੀ। ਲੇਕਿਨ ਹੁਣ ਟਰੂਡੋ ਸਾਹਿਬ ਦੀ ਸਥਿਤੀ ਵੀ ਬੜੀ ਬੜੀ ਡਾਮਾਡੋਲ ਸਥਿਤੀ ਸੀ ਕਿ ਕਿਉਂ ਇੰਨੀ ਬੇਇੱਜ਼ਤੀ ਕਰਾ ਕੇ ਆਏ ਨੇ, ਪਹਿਲੀ ਵਾਰੀ ਵੀ ਗਏ, ਦੂਜੀ ਵਾਰੀ ਵੀ ਗਏ। ਸੋ ਉਹਨਾਂ ਦਾ ਵੀ ਬਣਦਾ ਸੀਗਾ ਕਿ ਆਪਣੇ ਆਪ ਨੂੰ ਰੀਅਸਰਟ ਕਰਨ। ਉਹਨਾਂ ਨੇ ਫਿਰ ਇਹ ਅਲਟੀਮੇਟਲੀ ਕਿਹਾ ਉਹਨਾਂ ਨੇ ਵਾਰ-ਵਾਰ ਕਿਹਾ ਕਿ ਮੈਂ ਮੋਦੀ ਲੈ ਕੇ ਆਇਆ। ਲੇਕਿਨ ਇੱਥੇ ਆ ਕੇ ਹਾਊਸ ਆਫ ਕਾਮਨ 'ਚ ਜਿਹੜਾ ਬਿਆਨ ਦੇ ਕੇ ਉਹਨਾਂ ਨੇ ਆਪਣੀ ਪੋਜੀਸ਼ਨ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਕੈਨੇਡਾ ਦੀ ਲੋਕਾਂ ਲਈ ਤੇ ਕੈਨੇਡਾ ਦੀ ਸੋਵਰਨਿਟੀ ਲਈ ਖੜਾ, ਤੇ ਮੈਂ ਉਹਦੇ ਤੇ ਸਾਰਾ ਕੁਝ ਮੈਂ ਉਹਦੇ ਲਈ ਕੀਤਾ। ਜੀ ਗੁਰਪ੍ਰੀਤ, ਇਹਨਾਂ ਨੇ ਗੱਲ ਕੀਤੀ ਹੈ ਜਸਟਿਨ ਟਰੂਡੋ ਦੀ ਜਿਹੜੀ ਡਿੱਗਦੀ ਸਾਖ ਸੀ, ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪੋਪੂਲੈਰਿਟੀ 'ਚ ਗਿਰਾਵਟ ਆ ਰਹੀ ਸੀ, ਲੱਗਦਾ ਸੀ ਕਿ ਕਿਸੇ ਵੇਲੇ ਉਹਨਾਂ ਕੋਲ ਅਸਤੀਫਾ ਵੀ ਮੰਗਿਆ ਜਾ ਸਕਦਾ ਹੈ, ਔਰ ਨਵਾਂ ਲੀਡਰ ਵੀ ਕਿਤੇ ਸੋਚ ਰਹੀ ਹੋਏਗੀ ਲਿਬਰਲ ਪਾਰਟੀ, ਕਿਉਂਕਿ ਟਰੂਡੋ ਦੀ ਇਸ ਲਈ ਪੋਪੂਲੈਰਿਟੀ ਬਿਲਕੁਲ ਲੋਐਸਟ ਲੈਵਲ 'ਤੇ ਜਾ ਰਹੀ ਸੀ। ਉਧਰ ਜਗਮੀਤ ਦਾ ਵੀ ਕੋਈ ਹਾਲ ਵਧੀਆ ਨਹੀਂ ਸੀ,
ਔਰ ਜਗਮੀਤ ਲਈ ਵੀ ਹੁਣ ਔਖਾ ਹੋ ਰਿਹਾ ਸੀ ਐਜ਼ ਏ NDP ਲੀਡਰ ਕੰਟੀਨਿਊ ਕਰਨਾ, ਇਲੈਕਸ਼ਨ ਦਾ ਵੀ ਖਦਸ਼ਾ ਸੀ। ਔਰ ਉਧਰ ਦੂਜੇ ਪਾਸੇ ਪੀਅਰ ਪੋਲੀਵਰ ਦੀ ਪੋਪੂਲੈਰਿਟੀ ਵੱਧ ਰਹੀ ਸੀ, ਬਾਈ ਡਿਫਾਲਟ ਹੀ ਵੱਧ ਰਹੀ ਹੋਵੇਗੀ, ਪਰ ਜੇ ਟਰੂਡੋ ਨਹੀਂ ਤੇ ਹੂ ਐਲਸ ਦੈਨ। ਇਸ ਸਾਰੇ ਮਾਮਲੇ ਦੇ ਵਿੱਚ ਉਹੀ ਪੀਅਰ ਪੋਲੀਵਰ ਜਿਹੜੇ ਇੱਕ ਤਰ੍ਹਾਂ ਦਾ ਟਰੂਡੋ ਦਾ ਮਜ਼ਾਕ ਵੀ ਉਡਾ ਰਹੇ ਸੀ, ਉਹਨੂੰ ਕ੍ਰਿਟਿਸਾਈਜ਼ ਵੀ ਕਰ ਰਹੇ ਸੀ। ਜੋ ਕੁਝ ਦਿੱਲੀ ਦੇ ਵਿੱਚ ਉਹਨਾਂ ਨਾਲ ਹੋਇਆ ਉਹ ਟਵੀਟ ਵੀ ਬਾਰ-ਬਾਰ ਕਰ ਰਹੇ ਸੀ। ਪਰ ਕੱਲ ਉਹ ਵੀ ਆਪਣੇ ਮੁਲਕ ਦੇ ਹੱਕ 'ਚ ਸਟਰੋਂਗਲੀ ਖੜੇ ਨਜ਼ਰ ਆਏ, ਸਰਕਾਰ ਦੇ ਨਾਲ ਖੜੇ ਨਜ਼ਰ ਆਏ। ਤਾਂ ਇਨਡਾਇਰੈਕਟਲੀ ਇਹ ਜਿਹੜਾ ਮਾਮਲਾ ਹੈ ਸਾਰਾ, ਇਹ ਟਰੂਡੋ ਨੂੰ ਜਾਂ ਜਗਮੀਤ ਸਿੰਘ ਨੂੰ ਕੀ ਰਾਸ ਆ ਰਿਹਾ? ਦੇਖੋ ਸੈਣੀ ਸਾਹਿਬ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਹਿਲਾਂ ਤਾਂ ਜਿਹੜਾ ਤੁਸੀਂ ਜਿਵੇਂ ਪੀਅਰ ਪੋਲੀਵਰ ਦੀ ਗੱਲ ਕੀਤੀ, ਉਹਨੇ ਤਾਂ ਉਸ ਨੇ ਬਹੁਤ ਖਿੱਲੀ ਉਡਾਈ ਦੀ ਜਸਟਿਨ ਟਰੂਡੋ ਦੀ ਕਿ ਦੇਖੋ ਜੀ ਉੱਥੇ ਝਿੜਕਾਂ ਪਈਆਂ ਇਹਨਾਂ ਨੂੰ। ਇਹ ਵੀ ਕਿਹਾ ਕਿ ਬਾਹਰ ਰਸਤਾ ਵਿਖਾਇਆ, ਇਹ ਵੀ ਕਿਹਾ ਕਿ ਵੀ ਇਹਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਕਿ ਹਿੰਦੁਸਤਾਨ ਸਰਕਾਰ ਸਾਡੇ ਮਾਮਲੇ ਦਖਲ ਦੇ ਰਹੀ ਹੈ। ਪਰ ਬਾਅਦ 'ਚ ਜਦੋਂ ਇਹ ਗੱਲ ਕੈਨੇਡੀਅਨ ਖੁਫੀਆ ਏਜੰਸੀ ਦੇ ਹਵਾਲੇ ਨਾਲ ਦ ਗਲੋਬਲ ਅਖਬਾਰ ਨੇ ਬਾਹਰ ਨਸ਼ਰ ਕਰਤੀ, ਉਸ ਤੋਂ ਪਿੱਛੇ ਟਰੂਡੋ ਨੂੰ ਬਿਆਨ ਦਿੱਤਾ ਕਿ ਪੀਅਰ ਪੋਲੀਵਰ ਨੂੰ ਵੀ ਆਪਣੀ ਸੁਰ ਬਦਲਣੀ ਪਈ। ਮਤਲਬ ਇਹ ਹਾਲਾਤ ਨੇ। ਪਰ ਜੇ ਕੋਈ ਅਟਕਲ ਪੱਛੂ ਇਹ ਲਾਵੇ ਕਿ ਜੀ ਸ਼ਾਇਦ ਉਹਨਾਂ ਦੀ ਸ਼ਾਖ ਡਿਗਰੀ ਸੀ ਤਾਂ ਸਾਰਾ ਕੁਝ ਕ੍ਰੀਏਟ ਕੀਤਾ ਗਿਆ, ਮੈਂ ਉਸ ਗੱਲ ਨਾਲ ਸਹਿਮਤ ਨਹੀਂ ਗਾ। ਉਹਦਾ ਕਾਰਨ ਮੈਂ ਤੁਹਾਨੂੰ ਦੱਸੂਗਾ ਕਿ ਦੇਖੋ ਕੈਨੇਡਾ ਤੇ ਹਿੰਦੁਸਤਾਨ ਦੇ ਰਿਸ਼ਤੇ, ਜਿਵੇਂ ਕਿ ਸਾਡੇ ਸਮਕਾਲੀ ਨੇ ਹੁਣੇ ਕਿਹਾ ਕਿ ਕਦੇ ਵੀ ਏਦਾਂ ਮਤਲਬ ਨਫ਼ਰਤ ਪਿਆਰ ਦੇ ਰਿਸ਼ਤੇ ਰਹੇ ਨੇ, ਉਤਰਾਅ ਚੜਾਅ ਬਹੁਤ ਆਏ ਆ ਕਈ ਸਾਲਾਂ ਦੇ ਵਿੱਚ। ਹੁਣ ਪਿਛਲੇ ਕੁਝ ਸਮਿਆਂ ਤੋਂ ਜਸਟਿਨ ਟਰੂਡੋ ਨੇ ਆਪਣੇ ਵੱਲੋਂ ਹਿੰਦੁਸਤਾਨ ਦੇ ਨਾਲ ਬੜੇ ਸੰਤੁਲਿਤ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮਿਸਾਲ ਦੇ ਤੌਰ ਤੇ ਜਦੋਂ ਉਹਨਾਂ ਨੇ ਕਿਸਾਨ ਅੰਦੋਲਨ ਵੇਲੇ ਸਟੈਂਡ ਲਿਆ ਤਾਂ ਉਦੋਂ ਮੋਦੀ ਸਰਕਾਰ ਨੇ ਆਪਣਾ ਗੁੱਸਾ ਜ਼ਾਹਰ ਕੀਤਾ, ਪਰ ਥੋੜੇ ਸਮੇਂ ਬਾਅਦ ਜਦੋਂ ਕੋਵਿਡ ਨੇ ਹਿੱਟ ਕੀਤਾ ਤਾਂ ਉਹਨਾਂ ਨੇ ਕੋਵਿਡ ਦੇ ਖਾਤਮੇ ਲਈ ਬਕਾਇਦਾ ਟੀਕੇ ਮੰਗੇ ਮੋਦੀ ਸਰਕਾਰ ਤੋਂ। ਯਾਨੀ ਉਹਨਾਂ ਨੇ ਆਪਣੇ ਵੱਲੋਂ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ। ਫਿਰ ਅੱਗੇ ਵਧਿਆ ਅਨੀਤਾ ਆਨੰਦ, ਜਿਹੜੀ ਕਿ ਭਾਰਤ ਪੱਖੀ ਲੌਬੀ ਨਾਲ ਜੁੜੀ ਹੋਈ ਸੀ ਕੈਨੇਡਾ ਇੰਡੀਆ ਫਾਊਂਡੇਸ਼ਨ ਨਾਲ, ਉਸ ਨੂੰ ਰੱਖਿਆ ਮੰਤਰੀ ਥਾਪਿਆ ਗਿਆ। ਚੰਦਰਾ ਆਰਿਆ ਜਿਹੜਾ ਖੁੱਲ ਕੇ ਖਾਲਿਸਤਾਨ ਦੇ ਖਿਲਾਫ ਬਿਆਨਬਾਜ਼ੀਆਂ ਕਰਦਾ, ਗਰਮ ਬਿਆਨ ਦਿੰਦਾ, ਉਸ ਨੂੰ ਸਪੇਸ ਦਿੱਤੀ। ਯਾਨੀ ਕਹਿਣ ਦਾ ਮਤਲਬ ਜਸਟਿਨ ਟਰੂਡੋ ਗੇਵ ਇਨਫ ਲੌਂਗ ਰੋਪ ਟੂ ਦ ਮੋਦੀ ਗਵਰਨਮੈਂਟ। ਸੋ ਪੂਰਾ ਟਾਈਮ ਲਾਇਆ ਟਰੂਡੋ ਨੇ ਇਸ ਪੜਾਅ ਤੱਕ ਪਹੁੰਚਣ ਲਈ। ਹੁਣ ਜਿਹੜਾ ਹਰਦੀਪ ਨਿੱਜਰ ਦਾ ਕਤਲ ਹੋਇਆ ਉਹ ਤਾਂ ਹੋਇਆ ਹੀ ਹੈ, ਉਹਦੇ 'ਚ ਤਾਂ ਕਿਸੇ ਦਾ ਕਸੂਰ ਹੈ ਨਹੀਂਗਾ। ਉਸ ਪਤਾ ਤਾਂ ਇਹ ਕਰਨਾ ਪੈਣਾ ਵੀ ਕਿਹਨਾਂ ਲੋਕਾਂ ਨੇ ਕਤਲ ਕੀਤਾ। ਕਤਲ ਤੋਂ ਬਾਅਦ ਜਦੋਂ ਪਟੀਸ਼ਨਾਂ ਹੋਈਆਂ, ਰੌਲਾ ਪਿਆ, ਤਾਂ ਅਖੀਰ ਜਦੋਂ ਕੈਨੇਡੀਅਨ ਖੁਫੀਆ ਏਜੰਸੀ ਇਸ ਗੱਲ ਤੇ ਪਹੁੰਚ ਗਈ ਕਿ ਇਸ ਵਿੱਚ ਭਾਰਤੀ ਦਾ ਹੱਥ ਹੋ ਸਕਦਾ, ਤਾਂ ਇੱਕ ਮੌਕਾ ਮੇਲ ਕਹਿ ਲਓ। ਤੇ ਉਸ ਤੋਂ ਪਹਿਲਾਂ ਜਦੋਂ ਜਸਟਿਨ ਟਰੂਡੋ ਉੱਥੇ ਗਏ ਨੇ ਭਾਰਤ ਵਿੱਚ G20 ਸੰਮੇਲਨ ਦੌਰਾਨ, ਉੱਥੇ ਜਾ ਕੇ ਵੀ ਉਹਨਾਂ ਨੇ ਮਸਲਾ ਚੁੱਕਿਆ, ਇੰਟਰਫੇਰੈਂਸ ਦਾ ਵੀ ਚੁੱਕਿਆ, ਹਰਦੀਪ ਨਿੱਜਰ ਦਾ ਵੀ ਚੁੱਕਿਆ। ਇੱਥੇ ਆ ਕੇ ਉਹਨਾਂ ਨੇ ਵੇਟ ਕੀਤੀ ਕੈਨੇਡੀਅਨ ਏਜੰਸੀਆਂ ਨੇ ਜਦੋਂ ਇਹ ਖਬਰ ਨਸ਼ਰ ਕੀਤੀ ਗਲੋਬਲ ਮੇਲ ਅਖਬਾਰ ਦੇ ਵਿੱਚ, ਉਸ ਤੋਂ ਪਿੱਛੋਂ ਉਹਨਾਂ ਨੇ ਜਾ ਕੇ ਇਹਨੂੰ ਬਕਾਇਦਾ ਆਫੀਸ਼ੀਅਲੀ ਡਾਕੂਮੈਂਟ ਕੀਤਾ ਇਨ ਪਾਰਲੀਮੈਂਟ, ਜਿਸ ਦੇ ਕਰਕੇ ਵਿਰੋਧੀ ਧਿਰਾਂ ਕੋਲ ਵੀ ਹੋਰ ਕੋਈ ਚਾਰਾ ਨਹੀਂ ਸੀ ਰਹਿ ਗਿਆ ਕਿ ਇਸ ਤੇ ਉਹਨਾਂ ਨੂੰ ਖੜਨਾ ਹੀ ਪੈਣਾ ਸੀ, ਕਿਉਂਕਿ ਇਹ ਕੈਨੇਡਾ ਦੀ ਪ੍ਰਭੂਸੱਤਾ ਦਾ ਮਸਲਾ ਸੀਗਾ। ਸੋ ਜੇ ਅੱਜ ਭਾਰਤੀ ਮੀਡੀਆ ਅਟਕਲ ਪੱਛੂ ਲਾਈ ਜਾਂਦਾ ਕਿ ਉਹਨਾਂ ਦੀ ਸ਼ਾਖ ਡਿਗਰੀ ਸੀ ਤੇ ਇਸ ਕਰਕੇ ਹੋ ਗਿਆ, ਤੇ ਮੈਂ ਉਸ ਗੱਲ ਨਾਲ ਸਹਿਮਤ ਨਹੀਂ ਗਾ, ਕਿਉਂਕਿ ਟਰੂਡੋ ਹੈਡ ਗਿਵਨ ਇਨਫ ਲੌਂਗ ਰੋਪ ਟੂ ਮੋਦੀ ਗਵਰਨਮੈਂਟ। ਇਸ ਪੜਾਅ ਤੱਕ ਪਹੁੰਚਣ ਲਈ ਉਹਨਾਂ ਨੇ ਵੀ ਪੂਰਾ ਸਮਾਂ ਲਾਇਆ। ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ। ਠੀਕ ਹੈ। ਪ੍ਰਭਜੋਤ ਜੀ, ਜਾਂਦੇ ਇੱਕ ਲਾਸਟ ਕੁਐਸਚਨ, ਹੁਣ ਆਪ ਕਾਫੀ ਤੁਹਾਡਾ ਸਮਾਂ ਲੈ ਲਿਆ। ਇਹ ਕੈਨੇਡਾ ਬੜਾ ਸੈਂਸਿਟਿਵ ਹੈ ਹਿਊਮਨ ਰਾਈਟਸ ਨੂੰ ਲੈ ਕੇ। ਅਸੀਂ ਦੇਖਿਆ ਈਰਾਨ ਦੇ ਵਿੱਚ ਇੱਕ ਜਿਹੜੀ ਅਮੀਨਾ ਸ਼ਮੀਨ ਦੀ ਹੱਤਿਆ ਹੋਈ ਹੈ, ਇਹਨਾਂ ਨੇ ਇੰਨਾ ਸੀਰੀਅਸਲੀ ਲਿਆ, ਉੱਥੇ ਹੁਣ ਈਰਾਨ ਨਾਲ ਸੰਬੰਧ ਤੱਕ ਤੋੜ ਕੇ ਬੈਠ ਗਏ ਹੈ, ਸੈਂਕਸ਼ਨ ਤੱਕ ਲਗਾ ਦਿੱਤੀਆਂ। ਯੂਕਰੇਨ ਦੇ ਮਾਮਲੇ 'ਚ ਵੀ ਕੈਨੇਡਾ ਦਾ ਜਿਹੜਾ ਇੰਨਾ ਸਟਰੋਂਗ ਸਟੈਂਡ ਉਹ ਸਪਸ਼ਟ ਹੈ। ਚਾਈਨਾ ਨਾਲ ਵੀ ਇਹਨਾਂ ਨੇ ਆਲਮੋਸਟ ਇਸੇ ਤਰ੍ਹਾਂ ਹੀ ਆੜਾ ਲਿਆ। ਮਤਲਬ ਇੱਥੇ ਸਾਡੇ ਮੁਲਕ ਦੇ ਵਿੱਚ ਜਿਸ ਤਰ੍ਹਾਂ ਅਸੀਂ ਹਿਊਮਨ ਰਾਈਟ ਦੇ ਲਈ ਸਟਰੋਂਗਲੀ ਖੜ੍ਹਦੇ ਹਾਂ, ਸ਼ਾਇਦ ਭਾਰਤ ਇਹਨੂੰ ਸਮਝ ਨਹੀਂ ਸਕਿਆ। ਮਿਸਟਰ ਮੋਦੀ ਇਹਨੂੰ ਸਮਝ ਨਹੀਂ ਸਕੇ ਕਿ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆ ਕੇ ਅਗਰ ਇਹ ਗੱਲ ਕਹਿ ਰਿਹਾ ਹੈ ਤੇ ਇਹਨੂੰ ਸੀਰੀਅਸਲੀ ਨਹੀਂ ਲਿਆ ਉਹਨਾਂ ਨੇ, ਕਿਉਂਕਿ ਉੱਥੇ ਪਤਾ ਹੀ ਹੈ ਕਿ ਕਿਸ ਤਰ੍ਹਾਂ ਮਰਡਰ ਹੋ ਜਾਂਦੇ ਆ, ਕਿਸ ਤਰ੍ਹਾਂ ਦੰਗੇ ਹੋ ਜਾਂਦੇ ਆ, ਕਿਸ ਤਰ੍ਹਾਂ ਆਮ ਲੋਕਾਂ ਨੂੰ ਮਲੀਆ ਮੇਟ ਕੀਤਾ ਜਾਂਦਾ ਉੱਥੇ। ਤੇ ਇਹਦਾ ਹਿਊਮਨ ਲਾਈਫ ਦੀ ਕਿੰਨੀ ਕੁ ਵੈਲਿਊ ਆਪਾਂ ਨੂੰ ਪਤਾ ਹੀ ਹੈ। ਪਰ ਕੈਨੇਡਾ ਇਸ ਮਾਮਲੇ 'ਚ, ਹਾਲਾਂਕਿ ਅਸੀਂ ਅਮਰੀਕਾ ਨੂੰ ਵੀ ਉਸ ਪਾਸੇ ਰੱਖਾਂਗੇ, ਅਮਰੀਕਾ ਵੀ ਜਦੋਂ ਜ਼ਿਆਦਤੀਆਂ ਕਰਦਾ ਪਤਾ ਹੀ ਹੈ ਕਿ ਘੱਟ ਅਮਰੀਕਾ ਵੀ ਨਹੀਂ ਕਰਦਾ, ਉਹ ਗੱਲ ਵੱਖਰੀ ਹੈ। ਪਰ ਕੈਨੇਡਾ ਬਿਲਕੁਲ ਡਿਫਰੈਂਟ ਕੰਟਰੀ ਹੈ ਇਸ ਮਾਮਲੇ ਦੇ ਵਿੱਚ। ਤਾਂ ਕੀ ਇਹ ਗੱਲ ਕਿਤੇ ਕਨਵੇ ਹੋਣ 'ਚ ਰਹਿ ਗਈ, ਉਹਨਾਂ ਨੇ ਲਾਈਟਲੀ ਲੈ ਲਿਆ? ਕਿਉਂਕਿ ਮੈਂ ਦੇਖਿਆ ਨਹੀਂ ਕਦੀ ਕਿ ਦੋ ਮੁਲਕਾਂ ਦੇ ਵਿੱਚ ਜਿਹੜੀ ਇੰਨੀ ਇਹ ਟੌਪ ਸੀਕਰੇਟ ਆਪਸ 'ਚ ਸ਼ੇਅਰਿੰਗ ਹੁੰਦੀ ਹੈ ਇੰਟੈਲੀਜੈਂਸ ਦੀ, ਇਹੋ ਜਿਹੀਆਂ ਗੱਲਾਂ ਬਾਹਰ ਆਉਣ। ਬਹੁਤ ਕੁਛ ਹੈ ਜਿਹੜਾ ਕੈਨੇਡਾ ਦੇ ਇੰਡੀਆ ਦੇ ਵਿੱਚ ਆਲਰੇਡੀ ਕਈ ਸਾਲਾਂ ਤੋਂ ਬਹੁਤ ਕੁਛ ਚੱਲ ਰਿਹਾ ਸੀ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਪਰ ਕਨਿਸ਼ਕਾ ਕਾਂਡ ਤੋਂ ਲੈ ਕੇ ਆਪਾਂ ਦੇਖ ਲਈਏ ਤੇ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਇੰਨਾ ਖੁੱਲ੍ਹ ਕੇ ਗੱਲ ਨੂੰ ਓਪਨ ਕਰ ਦਿੱਤਾ ਗਿਆ ਪਬਲਿਕਲੀ। ਤਾਂ ਕਿਉਂ ਇਹ ਤੁਹਾਨੂੰ ਲੱਗਦਾ, ਕੀ ਕਾਰਨ ਸੀ? ਦੇਖੋ ਗੱਲ ਸੁਣੋ ਸਾਹਿਬ, ਇੱਕ ਤਾਂ ਮੈਂ ਇਹ ਜ਼ਰੂਰ ਕਹੂੰਗਾ ਕਿ ਜਿਹੜਾ 에ਅਰ ਇੰਡੀਆ ਦਾ ਤੁਸੀਂ ਜਿਵੇਂ ਮੈਂਸ਼ਨ ਕੀਤਾ ਨਾ,
ਏਅਰ ਇੰਡੀਆ ਦਾ ਕੇਸ ਅਕਸਰ ਮਤਲਬ ਇੰਡੀਆ ਗਵਰਨਮੈਂਟ ਵਾਲੇ ਕੈਨੇਡਾ ਨੂੰ ਜਜਾਉਣ ਦੀ ਕੋਸ਼ਿਸ਼ ਕਰਦੇ ਕਿ ਤੁਸੀਂ ਏਅਰ ਇੰਡੀਆ ਵਾਲੇ ਲੋਕਾਂ ਦੇ ਪ੍ਰਤੀ ਸੌਫਟ ਰਹੇ ਆ। ਅੱਜ ਜਿਵੇਂ ਤਰਵਿੰਦਰ ਸਿੰਘ ਪਰਮਾਰ ਦੀ ਫੋਟੋ ਰੈਫਰੈਂਡਮ ਲਈ ਯੂਜ਼ ਕੀਤੀ ਗਈ, ਉਹਨੂੰ ਅੱਗੇ ਬਹੁਤ ਕਾਮਾਂ ਰੋਲੀ ਪਈ ਹੈ। ਪਰ ਵੱਡਾ ਸਵਾਲ ਤੇ ਪੈਦਾ ਹੁੰਦਾ ਕਿ ਭਾਰਤ ਸਰਕਾਰ ਕੋਲ ਕੀ ਅਖਲਾਕੀ ਹੱਕ ਹੈ ਕਨਿਸ਼ਕਾ ਕਾਂਡ ਤੇ ਗੱਲ ਕਰਨ ਦਾ। ਰਿਪੂਦਮਨ ਸਿੰਘ ਮਲਿਕ ਨੂੰ ਤੁਸੀਂ ਆਪ ਕਹਿੰਦੇ ਸੀ ਫਾਈਨੈਂਸਰ ਸੀਗਾ, ਉਹਨੂੰ ਤੁਸੀਂ ਵੀਜ਼ਾ ਦਿੱਤਾ, ਕੱਲਾ ਵੀਜ਼ਾ ਨਹੀਂ ਦਿੱਤਾ। ਇਹ ਗੱਲ ਨੋਟ ਕਰਨ ਵਾਲੀ ਹੈ, ਮਲਿਕ ਜਾ ਕੇ ਉੱਥੇ ਰॉ ਦੇ ਮੁਖੀ ਸਮੰਤ ਗੋਇਲ ਨੂੰ ਮਿਲਦਾ, ਉਹਦੀ ਕੀ ਜਸਟੀਫਿਕੇਸ਼ਨ ਹੈ? ਫਿਰ ਬਾਅਦ ਚ ਮਲਿਕ ਨੇ ਚਿੱਠੀ ਲਿਖੀ ਮੋਦੀ ਦੇ ਹੱਕ ਵਿੱਚ, ਉਸਦੀ ਕੀ ਜਸਟੀਫਿਕੇਸ਼ਨ ਹੈ? ਸੋ ਇਹ ਗੱਲਾਂ ਜਿਹੜੀਆਂ ਨੋਟ ਕਰਨ ਵਾਲੀਆਂ, ਕਿਉਂਕਿ ਹੁਣ ਤੁਸੀਂ ਇੱਥੇ ਏਅਰ ਇੰਡੀਆ ਬਾਰੇ ਤਾਂ ਘੁਰਕੀ ਰਹੀ ਹੈ ਨਾ ਕੈਨੇਡਾ ਨੂੰ, ਆਪ ਤੁਸੀਂ ਮਲਿਕ ਨੂੰ ਕਰਾਵੇ 'ਚ ਵੀ ਲੈ ਲਿਆ, ਜਿਸ ਦੀ ਕੋਈ ਜਸਟੀਫਿਕੇਸ਼ਨ ਨਹੀਂ ਬਣਦੀ। ਤੁਸੀਂ ਪਰਮਾਰ ਦਾ ਇਸ਼ੂ ਬਣਾ ਲਿਆ, ਪਰ ਮਲਿਕ ਬਾਰੇ ਕੀ ਸਫਾਈ ਹੈ ਤੁਹਾਡੇ ਕੋਲ? ਸੋ ਇਹ ਜਿਹੜਾ ਇਹਨਾਂ ਨੇ ਬਾਤ ਬਣਾਇਆ ਏਅਰ ਇੰਡੀਆ ਦੀ ਬਾਬਤ, ਉਹ ਉਸ ਦੇ ਉੱਤੇ ਇੰਡੀਆ ਗਵਰਨਮੈਂਟ ਜਵਾਬਦੇਹੀ ਬਣਦੀ ਹੈ। ਮੇਰਾ ਸਵਾਲ, ਹਾਲਾਤ ਉਹਨਾਂ ਨੇ ਪੈਦਾ ਕੀਤੇ ਮਨੁੱਖਤਾ ਦਾ ਕਾਰਨ ਕਰਕੇ, ਉਸ ਦਾ ਸਪਿਲਓਵਰ ਇਫੈਕਟ ਹੈ ਕੈਨੇਡਾ ਦੇ ਵਿੱਚ, ਅਸੀਂ ਉਸ ਨੂੰ ਰੂਲ ਆਊਟ ਨਹੀਂ ਕਰ ਸਕਦੇ। ਜੀ ਮੇਰਾ ਸਵਾਲ ਲਾਸਟ ਵਿੱਚ ਪ੍ਰਭਜੋਤ ਜੀ ਇਹੀ ਸੀਗਾ ਕਿ ਇਹ ਨੌਬਤ ਕਿਉਂ ਆ ਗਈ? ਇਹ ਅਨਪ੍ਰੈਸੀਡੈਂਟਡ ਹੈ। ਅਸੀਂ ਕਦੀ ਦੇਖਿਆ ਸੁਣਿਆ ਨਹੀਂ ਕਿ ਇਹੋ ਜਿਹੀ ਗੱਲ ਨੂੰ ਪਬਲਿਕਲੀ ਮੁਲਕ ਦਾ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਦੇ ਵਿੱਚ ਖੜ ਕੇ ਗੱਲ ਕਵੇ, ਜੋ ਕੱਲ ਕੀਤਾ ਟਰੂਡੋ ਨੇ। ਦੇਖੋ, ਜਦੋਂ ਸਿਚੁਏਸ਼ਨ ਕੰਟਰੋਲ ਤੋਂ ਬਾਹਰ ਹੁੰਦੀ ਜਾਂਦੀ ਆ, ਜਿਹੜੀ ਡਿਵੈਲਪਮੈਂਟਸ ਹੁੰਦੀਆਂ ਨੇ ਪਬਲਿਕ ਡੋਮੇਨ ਵਿੱਚ, ਜਿਹੜੇ ਡਿਵੈਲਪਮੈਂਟ ਨੇ ਉਹ ਥੋੜੇ ਡਿਫਰੈਂਟ ਹੁੰਦੀਆਂ ਨੇ। ਜਿਹੜੀ ਪੋਲੀਟੀਕਲ ਡੋਮੇਨ ਵਿੱਚ ਜੋ ਗੱਲਬਾਤ ਹੋ ਰਹੀ ਹੁੰਦੀ ਆ ਉਹ ਥੋੜੀ ਡਿਫਰੈਂਟ ਹੁੰਦੀ ਆ। ਕੁਝ ਗੱਲਾਂ ਪਬਲਿਕ ਡੋਮੇਨ ਵਿੱਚ ਨਹੀਂ ਲਿਆਂਦੀਆਂ ਜਾਂਦੀਆਂ, ਔਰ ਗਵਰਨਮੈਂਟ ਆਪਣੀਆਂ ਜਿਹੜੀ ਪੋਲੀਟੀਕਲ ਵਿਜ਼ਡਮ ਹੁੰਦੀ ਆ ਉਹਦੇ ਵਿੱਚ ਇੰਟਰਨਲ ਰੱਖ ਕੇ, ਇੰਟਰਨਲਾਈਜ਼ ਕਰਕੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੀ ਆ, ਡਾਇਲਾਗ ਦੇ ਥਰੂ ਕੋਸ਼ਿਸ਼ ਕਰਦੀ ਆ। ਔਰ ਲੀਡਰ ਟੂ ਲੀਡਰ ਜਿਹੜੀ ਸਮਿਟਸ ਹੁੰਦੀਆਂ ਨੇ ਉਹਦੇ ਵਿੱਚ ਇਸ਼ੂ ਰੇਜ਼ ਹੁੰਦੇ ਨੇ, ਔਰ ਉਹਦੇ ਵਿੱਚ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਪਬਲਿਕ ਡੋਮੇਨ ਵਿੱਚ ਨਹੀਂ ਲਿਆਂਦੀਆਂ ਜਾਂਦੀਆਂ। ਸੋ ਪਰੰਤੂ ਕਿਉਂਕਿ ਆਪਸ ਵਿੱਚ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਇੰਡੀਅਨ ਗਵਰਨਮੈਂਟ ਦਾ ਤੇ ਕੈਨੇਡੀਅਨ ਗਵਰਨਮੈਂਟ ਦਾ, ਉਹ ਕਾਫੀ ਦੇਰ ਤੋਂ ਚੰਗਾ ਨਹੀਂ ਸੀ। ਔਰ ਟਰਸਟ ਜਿਹੜਾ ਹੁੰਦਾ ਹੈ, ਇੱਕ ਰਿਲੇਸ਼ਨਸ਼ਿਪ ਦਾ ਟਰਸਟ ਹੁੰਦਾ, ਉਹ ਟਰਸਟ ਕਿਤੇ ਨਾ ਕਿਤੇ ਬ੍ਰੀਚ ਹੋ ਚੁੱਕਿਆ ਹੋਇਆ ਕਾਫੀ ਲੰਬੇ ਸਮੇਂ ਤੋਂ। ਉਹ ਟਰਸਟ ਬ੍ਰੀਚ ਨਹੀਂ ਹੋ ਰਿਹਾ ਸੀ, ਔਰ ਹਰ ਜਿਹੜੀ ਚੀਜ਼ ਹੁੰਦੀ ਹੈ ਉਹਨੂੰ ਵਿਊ ਕੀਤਾ ਜਾਂਦਾ ਵਿਦ ਸਸਪੀਸ਼ਨ ਕਿ ਇਹ ਬੰਦਾ ਮੇਰੇ ਨਾਲ ਕਿਉਂ ਗੱਲ ਕਰਨੀ ਚਾਹੁੰਦਾ, ਯਾਰ ਕੀ ਹੁਣ ਲੋੜ ਆ। ਹੁਣ ਕਿਉਂਕਿ ਦੇਖੋ ਤੁਸੀਂ ਹਰ ਚੀਜ਼ ਨੂੰ ਇਲੈਕਸ਼ਨ ਨਾਲ ਜੋੜ ਕੇ ਦੇਖਦੇ ਹੋ। ਇਲੈਕਸ਼ਨ ਭਾਰਤ ਵਿੱਚ ਵੀ ਡਿਊ ਆ ਤੇ ਹੋ ਸਕਦਾ ਕਿ ਆਉਂਦੇ ਬਾਰੇ ਨਹੀਂ ਤਾਂ 25 ਤੱਕ ਕੈਨੇਡਾ ਦੀ ਵੀ ਡਿਊ ਆ। ਲੋਕਾਂ ਦੇ ਡੋਮੇਨ ਵਿੱਚ ਲਿਆਉਣ ਤੋਂ ਪਹਿਲਾਂ ਜਿਹੜੇ ਸਿਆਸਤਦਾਨ ਹੁੰਦੇ ਨੇ ਉਹ 50 ਗੱਲਾਂ ਸੋਚ ਕੇ ਉਹ ਗੱਲ ਪਬਲਿਕ ਡੋਮੇਨ 'ਚ ਲੈ ਕੇ ਆਉਂਦੇ ਨੇ ਕਿ ਮੈਂ ਗੱਲ ਕਵਾਂ ਤੇ ਇਹਦਾ ਕੀ ਅਸਰ ਹੋਏਗਾ, ਜਨਤਾ ਤੇ ਕੀ ਅਸਰ ਹੋਏਗਾ। ਹੁਣ ਜਿਵੇਂ ਕਿਹਾ ਗਿਆ ਕਿ ਪਹਿਲਾਂ ਤਾਂ ਜਿਵੇਂ ਪੀਰੇ ਦੇ ਤੁਸੀਂ ਗੱਲ ਕੀਤੀ ਆ ਜਾਂ ਗੁਰਪ੍ਰੀਤ ਹੋਰਾਂ ਨੇ ਕੀਤੀ ਹੈ ਕਿ ਪਹਿਲਾਂ ਤਾਂ ਕ੍ਰਿਟੀਸਾਈਜ਼ ਕੀਤਾ ਤੇ ਹੁਣ ਸਟੇਟਮੈਂਟ ਚੇਂਜ ਕਰਨੀ ਪਈ, ਜਾਂ ਹੋਰ ਲੀਡਰਾਂ ਨੇ ਵੀ ਜੋ ਕਿਹਾ ਕਿ ਜੀ ਟਰੂਡੋ ਇੱਕ ਜਿਵੇਂ ਉਹਨਾਂ ਦਾ ਫੇਲੀਅਰ ਸੀ G20 ਸਮਿਟ ਵਿੱਚ, ਜਾਂ ਪਹਿਲੀ ਵਿਜ਼ਿਟ ਸੀ ਫੇਲੀਅਰ ਸੀ। ਪਰ ਉਹਦਾ ਰੀਜ਼ਨ ਕੀ ਆ? ਅਸਲ ਵਿੱਚ ਸਾਰੀਆਂ ਗੱਲਾਂ ਦਾ ਜਦੋਂ ਤੁਸੀਂ ਘੋਖਦੇ ਹੋ ਤਾਂ ਲੱਗਦਾ ਕਿਤੇ ਨਾ ਕਿਤੇ ਆਪਸ ਵਿੱਚ ਇੱਕ ਤਾਂ ਜਿਹੜਾ ਰਿਲੇਸ਼ਨ ਬਣਿਆ ਹੋਇਆ, ਇੱਕ ਦੂਜੇ ਦਾ ਇਮੇਜ ਬਣਿਆ ਹੋਇਆ ਦਿਮਾਗ ਵਿੱਚ, ਟਰੂਡੋ ਦੇ ਮਾਈਂਡ ਵਿੱਚ ਜੋ ਮੋਦੀ ਦਾ ਇਮੇਜ ਹੈ ਜਾਂ ਮੋਦੀ ਦੇ ਮਾਈਂਡ ਵਿੱਚ ਜੋ ਟਰੂਡੋ ਦਾ ਇਮੇਜ ਹੈ, ਉਹ ਇੱਕ ਮਿਸਟਰਸਟ ਦਾ ਇਮੇਜ ਆ। ਠੀਕ ਹੈ, ਦੋਨੇ ਟਰਸਟ ਬਿਲਕੁਲ ਨਹੀਂ ਕਰਦੇ। ਜਿਹੜੀ ਸਮਿਟ ਵਿੱਚ ਵੀ ਮੀਟਿੰਗ ਵੀ ਹੋਈ ਉਹ ਸਿਰਫ ਇੱਕ ਦਿਖਾਵਾ ਸੀ ਕਿ ਮੀਟਿੰਗ ਕੀਤੀ ਗਈ। ਇਸ਼ੂ ਤਾਂ ਦੋਨਾਂ ਨੇ ਐਕਰੀਮੋਨੀਅਸ ਜਿਹੜੇ ਇੱਕ ਦੂਜੇ ਨੂੰ ਐਮਬੈਰਸ ਕਰਨ ਵਾਲੇ ਇਸ਼ੂ ਰੇਜ਼ ਕੀਤੇ ਦੋਨਾਂ ਨੇ। ਉਹਨਾਂ ਨੇ ਕੋਸ਼ਿਸ਼ ਇਹ ਨਹੀਂ ਕੀਤੀ ਕਿ ਇਸ਼ੂ ਰਿਜ਼ੋਲਵ ਕੀਤੇ ਜਾਣ, ਲੇਕਿਨ ਜਿਵੇਂ ਜਿਵੇਂ ਹੁਣ ਗੱਲਾਂ ਨਿਕਲ ਕੇ ਆ ਰਹੀਆਂ ਨੇ ਉਹਨਾਂ ਨੇ ਕੋਸ਼ਿਸ਼ ਇਹੀ ਕੀਤੀ ਕਿ ਆਪਣੇ ਗੱਲ ਆਪਣੇ ਦਿਲ ਦੀ ਗੱਲ ਜਿਹੜਾ ਪੜਾਸ ਕੱਢੀ ਜਾਵੇ, ਦੱਸਿਆ ਜਾਵੇ ਤੁਸੀਂ ਆਹ ਕਰ ਰਹੇ ਹੋ ਸਾਡੇ ਨਾਲ, ਤੁਸੀਂ ਆਹ ਕਰ ਰਹੇ ਹੋ, ਉਹਨਾਂ ਨੇ ਕਿਹਾ ਤੁਸੀਂ ਆਹ ਕਰ ਰਹੇ ਹੋ। ਉਹਦੇ ਇਹ ਕੋਸ਼ਿਸ਼ ਨਹੀਂ ਹੋਈ ਕਿ ਜਿਹੜੇ ਡਿਫਰੈਂਸਿਸ ਆਏ ਨੇ ਇਹਨੂੰ ਘਟਾਇਆ ਜਾਵੇ ਜਾਂ ਇੰਪਰੂਵ ਕੀਤਾ ਜਾਵੇ। ਹੁਣ ਭਾਰਤ ਦੀ ਇਮਰਜੈਂਸੀ ਬਾਕੀ ਕਈ ਕੰਟਰੀਆਂ ਨੂੰ ਨਹੀਂ ਚੰਗੀ ਲੱਗਦੀ। ਹੁਣ ਇੱਕਦਮ ਅਮਰੀਕਾ ਨੇ ਭਾਰਤ ਜਾ ਕੇ G20 ਤੇ ਬੜੀ ਪਰਹੇਜ਼ ਕੀਤੀ ਆ, ਪਰ ਬਾਅਦ ਨਿਕਲਦਿਆਂ ਹੀ ਵਿਟਨਾਮ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਮੀਡੀਆ ਨੇ ਸਾਡੀ ਗੱਲ ਨਹੀਂ ਕਰਨ ਦਿੱਤੀ। ਤੇ ਹੁਣ ਜਦੋਂ ਇਹ ਗੱਲ ਉੱਠੀ ਆ ਇੱਕਦਮ ਸਾਰੇ ਦੇਸ਼ ਕੈਨੇਡਾ ਦੀ ਸਪੋਰਟ 'ਚ ਆ ਗਏ ਨੇ, ਔਰ ਆਉਣਾ ਵੀ ਚਾਹੀਦਾ, ਬਿਕਾਜ਼ ਜਿੱਥੇ ਵੀ ਹਿਊਮਨ ਰਾਈਟਸ ਦਾ ਘਾਣ ਹੋਏਗਾ ਲੋਕ ਲੜਨਗੇ। ਸੋ ਇਹ ਕਮਿਊਨੀਕੇਸ਼ਨ ਦਾ ਗੈਪ ਜਾਂ ਮਿਸਟਰਸਟ ਦੀ ਰਿਲੇਸ਼ਨਸ਼ਿਪ ਆ, ਇਹ ਮੈਨੂੰ ਲੱਗਦਾ ਉਹਦੀ ਕਲਮੀਨੇਸ਼ਨ ਹੈ, ਮਿਸਟਰਸਟ ਦੀ ਕਲਮੀਨੇਸ਼ਨ ਆ ਜਿਹੜੀ ਇੱਕ ਲੰਬੇ ਸਮੇਂ ਤੋਂ ਵੱਧਦੀ ਜਾ ਰਹੀ ਸੀ। ਠੀਕ ਹੈ, ਥੈਂਕ ਯੂ ਸੋ ਮਚ ਜੀ ਤੁਹਾਡਾ। ਔਰ ਗੁਰਪ੍ਰੀਤ ਜਾਣ ਤੋਂ ਪਹਿਲਾਂ ਲਾਸਟ ਬਰੀਫ 'ਚ ਥੋੜਾ ਦੱਸੋ, ਇਹ ਹੁਣ ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਦੂਜੇ ਪਾਸੇ ਯੂਨਾਈਟਿਡ ਨੇਸ਼ਨ ਦੀ ਅਸੈਂਬਲੀ ਦਾ ਅਜਲਾਸ ਚੱਲ ਰਿਹਾ ਹੈ, ਇਹ ਮੁੱਦਾ ਹੁਣ ਭਾਰਤ ਔਰ ਕੈਨੇਡਾ ਦਾ ਨਾਂ ਰਹਿ ਕੇ ਇੰਟਰਨੈਸ਼ਨਲ ਲੈਵਲ ਤੇ ਚਲਾ ਗਿਆ ਹੈ, ਔਰ ਇਹ ਪਤਾ ਨਹੀਂ ਕਿੱਧਰ ਨੂੰ ਖਲਾਰਾ ਵਧੇਗਾ। ਕੀ ਦੇਖਦੇ ਹੋ ਇਸ ਮੁੱਦੇ ਦਾ ਫਿਊਚਰ? ਦੇਖੋ, ਇਹਦੇ ਵਿੱਚ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹਨੂੰ ਸਵੈ ਪੜਚੋਲ ਕਰਨੀ ਪੈਣੀ।
ਚੀਨ ਦੇ ਬਾਬਤ ਜਦੋਂ ਚੀਨ ਦਾ ਮਸਲਾ ਇੰਨਾ ਭਖਿਆ ਤਾਂ ਹਿੰਦੁਸਤਾਨ ਨੂੰ ਪੂਰਾ ਇਸ ਗੱਲ ਨੂੰ ਕਲਾਵੇ 'ਚ ਲੈਣ ਦੀ ਕੋਸ਼ਿਸ਼ ਕੀਤੀ ਅਮਰੀਕਾ ਨੇ ਵੀ, ਕੈਨੇਡਾ ਨੇ। ਪਰ ਭਾਰਤ ਸਰਕਾਰ ਨੇ ਜ਼ਰੂਰੀ ਨਹੀਂ ਸਮਝਿਆ ਕਿ ਅਸੀਂ ਸਵੈ ਪੜਚੋਲ ਕਰੀਏ ਕਿ ਆਪਣੀ ਮਨੁੱਖੀਤਾ ਦਾ ਰਿਕਾਰਡ ਠੀਕ ਕਰੀਏ। ਇਹ ਜਿਹੜੀ ਹੈਂਕੜਬਾਜ਼ੀ ਉਹਨੂੰ ਛੱਡਣੀ ਪੈਣੀ ਹੈ। ਮੈਂ ਇੱਥੇ ਮਿਸਾਲ ਇੱਕ ਦੋ ਛੋਟੀ ਜਿਹੀ ਗੱਲ ਦੱਸੂਗਾ ਆਪਣੀ ਜੀ। ਮਹਾਤਮਾ ਗਾਂਧੀ ਨੇ ਜਦੋਂ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਰ ਰਹੇ ਸੀ ਤਾਂ ਉੱਥੋਂ ਉਸ ਵੇਲੇ ਇੱਕ ਬ੍ਰਿਟਿਸ਼ ਜਰਨਲਿਸਟ ਸੀ ਜਿਹਨੇ ਕਿਤਾਬ ਲਿਖੀ ਸੀ, ਜਿਹੜੀ ਮਾਫ ਕਰਨਾ ਅਮਰੀਕਨ ਜਰਨਲਿਸਟ ਜਿਹਨੇ ਕਿਤਾਬ ਲਿਖੀ ਸੀ ਜਿਹੜੀ ਬ੍ਰਿਟਿਸ਼ ਦੇ ਹੱਕ ਵਿੱਚ ਸੀ। ਔਰ ਉਹ ਕਿਤਾਬ ਇਹ ਪ੍ਰਸ਼ਨ ਦੇ ਰਹੀ ਸੀ ਕਿ ਜਿਹੜੇ ਭਾਰਤ ਵਿੱਚ ਆਜ਼ਾਦੀ ਲੜਾਈ ਦੀ ਗੱਲ ਕਰਦੇ ਨੇ ਇਹਨਾਂ ਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ। ਇਹ ਜ਼ਾਤ ਪਾਤ ਦਾ ਕੋਡ ਫੈਲਾਉਂਦੇ ਨੇ, ਔਰਤਾਂ ਦੇ ਹਮਲੇ ਕਰਦੇ ਨੇ, ਇਹ ਅਸੀਂ ਆਜ਼ਾਦੀ ਲਈ ਅਜੇ ਤਿਆਰ ਨਹੀਂ। ਸਾਰੇ ਹਿੰਦੁਸਤਾਨੀ ਲੀਡਰਾਂ ਨੇ ਚੀਜ਼ 'ਚ ਹੜਾ ਪਾਇਆ ਕਿ ਕਿਤਾਬ ਜਿਹੜੀ ਹੈ ਇਹ ਬ੍ਰਿਟਿਸ਼ ਪੱਖੀ ਹੈ, ਇਸ ਦੀ ਅਸੀਂ ਆਲੋਚਨਾ ਕਰਦੇ ਹਾਂ। ਛੋਟੇ ਮਹਾਤਮਾ ਗਾਂਧੀ ਨੇ ਜਿਨ੍ਹਾਂ ਨੇ ਵਿਸ਼ਾਲਤਾ ਵਿਖਾਉਂਦੇ ਹੋਏ ਇਹ ਕਿਹਾ ਕਿ ਠੀਕ ਹੈ ਕਿਤਾਬ ਬੇਸ਼ੱਕ ਬ੍ਰਿਟਿਸ਼ ਸਰਕਾਰ ਦੇ ਤਰਜਮਾਨੀ ਕਰਦੀ ਹੋਵੇਗੀ ਪਰ ਜੋ ਸੱਚਾਈਆਂ ਲਿਖੀਆਂ ਨੇ ਸਾਨੂੰ ਉੱਤੇ ਸਵੈ ਪੜਚੋਲ ਕਰਨੀ ਚਾਹੀਦੀ ਹੈ। ਅੱਜ ਸਾਨੂੰ ਗਾਂਧੀ ਵਰਗੇ ਉਹ ਜਿਹੇ ਲੀਡਰ ਚਾਹੀਦੇ ਜਿਹੜੇ ਸਵੈ ਪੜਚੋਲ ਦੀ ਗੱਲ ਕਰਨ, ਬਜਾਏ ਇਹਦੇ ਕਿ ਜਦੋਂ ਹਿਊਮਨ ਰਾਈਟਸ ਦੇ ਮਸਲੇ ਨੂੰ ਲੈ ਕੇ ਹਿੰਦੁਸਤਾਨ ਤੇ ਉਂਗਲਾਂ ਉੱਠਦੀਆਂ ਉਹਨਾਂ ਦੀ ਹਮੇਸ਼ਾ ਹੀ ਡਿਫੈਂਸਿਵ ਪਹੁੰਚ ਰਹੀ ਹੈ, ਜਿਸ ਤੋਂ ਉਹਨਾਂ ਨੂੰ ਨਿਜਾਤ ਪਾਉਣੀ ਚਾਹੀਦੀ ਹੈ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ। ਔਰ ਗੱਲ ਇੱਥੇ ਸਮੇਟਦੇ ਹਾਂ ਕਿ ਜਿੱਥੇ ਸਰਕਾਰਾਂ ਦੀ ਆਪਸੀ ਜੋ ਵੀ ਮਿਸਅੰਡਰਸਟੈਂਡਿੰਗ ਕਹਿ ਲਓ ਔਰ ਜਿਹੜੀ ਹੁਣ ਬਿਟਰਨੈਸ ਵੱਧਦੀ ਜਾ ਰਹੀ ਹੈ, ਉੱਥੇ ਪੀਪਲ ਟੂ ਪੀਪਲ ਲੋਕਾਂ ਦਾ ਆਪਸ ਜਿਹੜਾ ਇੱਕ ਦੂਜੇ ਦੇ ਪ੍ਰਤੀ ਸਹਿਯੋਗ ਹੈ। ਲੱਖਾਂ ਵਿਦਿਆਰਥੀ ਭਾਰਤ ਤੋਂ ਇੱਥੇ ਪੜ੍ਹਨ ਲਈ ਆਉਣ ਨੂੰ ਤਤਪਰ ਨੇ, ਵੀਜ਼ੇ ਅਪਲਾਈ ਕੀਤੇ ਹੋਏ ਨੇ, ਇੱਧਰੋਂ ਆਪਣੇ ਉੱਧਰੋਂ ਜਾਣ ਵਾਸਤੇ ਹਜ਼ਾਰਾਂ ਨਹੀਂ ਲੱਖਾਂ ਲੋਕ ਜਿਹੜੇ ਆ ਉਹ ਇੰਡੀਆ ਵਿਜ਼ਿਟ ਕਰਦੇ ਹੈ। ਔਰ ਇਹ ਦੋਨਾਂ ਮੁਲਕਾਂ ਦੇ ਵਿੱਚ ਇੰਨਾ ਡੂੰਘਾ ਇੰਨਾ ਗਹਿਰਾ ਸੰਬੰਧ ਹੈ, ਰੂਟਸ ਇੰਨੀਆਂ ਗਹਿਰੀਆਂ, ਤਾਂ ਇਹ ਇਹਨਾਂ ਦੇ ਵਿੱਚ ਸੰਬੰਧਾਂ ਦੇ ਵਿੱਚ ਜਦੋਂ ਵੀ ਕੋਈ ਜਿਹੜਾ ਅਗਰ ਇਸ ਤਰ੍ਹਾਂ ਦਾ ਰੁਕਾਵਟ ਆਵੇਗੀ ਉਹ ਬਹੁਤ ਬਹੁਤ ਖਤਰਨਾਕ ਹਰ ਪੱਖੋਂ ਹੋਏਗੀ। ਪਾਕਿਸਤਾਨ ਨਾਲ ਭਾਰਤ ਦੇ ਸੰਬੰਧ ਵਿਗੜੇ ਦੇ ਹੈ, ਕਿੰਨਾ ਕੁਛ ਉਹਦਾ ਨੁਕਸਾਨ ਭਾਰਤ ਔਰ ਪਾਕਿਸਤਾਨ ਦੋਨਾਂ ਮੁਲਕਾਂ ਦੇ ਲੋਕਾਂ ਨੂੰ ਹੋ ਰਿਹਾ, ਅਸੀਂ ਦੇਖ ਹੀ ਰਹੇ ਹਾਂ ਇੰਨੇ ਲੰਮੇ ਸਮੇਂ ਤੋਂ। ਔਰ ਉਹਦਾ ਜਿੱਥੇ ਵਪਾਰਕ ਤੌਰ ਦੇ ਉੱਤੇ ਨੁਕਸਾਨ ਹੁੰਦਾ ਉੱਥੇ ਆਮ ਲੋਕਾਂ ਨੂੰ ਵੀ ਨੁਕਸਾਨ ਹੁੰਦਾ। ਤਾਂ ਇਸ ਕਰਕੇ ਕਿੱਥੇ ਤੇ ਇਹ ਸੰਬੰਧ ਇਸ ਪਾਸੇ ਨੂੰ ਜਾ ਰਹੇ ਸੀ ਕਿ ਅਸੀਂ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕਰਨ ਨੂੰ ਤਿਆਰ ਬੈਠੇ ਸੀ ਅਜੇ ਕੁਝ ਹਫ਼ਤੇ ਪਹਿਲਾਂ ਤੱਕ, ਤੇ ਇਹ ਕੁਝ ਹਫ਼ਤਿਆਂ 'ਚ ਹੀ ਇਹ ਗੱਲ ਕੀ ਹੋ ਗਈ ਹੈ ਕਿ ਅੱਜ ਇੱਥੇ ਆ ਕੇ ਗੱਲ ਖੜ ਗਈ ਹੈ ਕਿ ਬਿਟਰਨੈਸ ਇਸ ਹੱਦ ਤੱਕ ਆ ਗਈ ਹੈ। ਔਰ ਇਹ ਪਤਾ ਨਹੀਂ ਕਿੱਥੇ ਜਾ ਕੇ ਰੁਕੇਗੀ, ਕਹਿਣਾ ਬੜਾ ਮੁਸ਼ਕਿਲ ਹੈ, ਕਿਉਂਕਿ ਜਿਸ ਤਰ੍ਹਾਂ ਮੈਂ ਬਾਰ-ਬਾਰ ਕਹਿ ਹੀ ਰਿਹਾ ਕਿ ਅੱਜ ਅਗਰ ਇਹ ਮੁੱਦਾ ਮੈਲਨੀ ਜੌਲੀ ਜਾਂ ਕੈਨੇਡਾ ਜਾਂ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਉਠਾਉਂਦੇ ਆ ਯੂਨਾਈਟਿਡ ਨੇਸ਼ਨ ਦੇ ਵਿੱਚ, ਤੇ ਬਾਕੀ ਮੁਲਕਾਂ ਲਈ ਬੜਾ ਔਖਾ ਹੋ ਜਾਏਗਾ ਸਟੈਂਡ ਲੈਣਾ ਕਿ ਉਹ ਹੁਣ ਭਾਰਤ ਵਾਲੇ ਪਾਸੇ ਨੂੰ ਜਾਣ ਜਾਂ ਕੈਨੇਡਾ ਵਾਲੇ ਪਾਸੇ ਨੂੰ ਜਾਣ। ਫਿਲਹਾਲ ਰੁਖ ਜਿਹੜਾ ਉਹਨਾਂ ਦਾ ਉਹ ਕੈਨੇਡਾ ਵਾਲੇ ਪਾਸੇ ਨੂੰ ਜ਼ਿਆਦਾ ਨਜ਼ਰ ਆ ਰਿਹਾ ਹੈ। ਤਾਂ ਇਹ ਭਾਰਤ ਲਈ ਵੀ ਇੱਕ ਬੜੀ ਔਖੀ ਸਥਿਤੀ ਇੰਟਰਨੈਸ਼ਨਲ ਫੋਰਮ ਤੇ ਬਣਨ ਜਾ ਰਹੀ ਹੈ, ਜਿਹੜਾ ਹੁਣੇ ਇੰਨਾ ਸਫਲ G20 ਸਮਿਟ ਕਰਾ ਕੇ ਸਾਬਤ ਕਰ ਚੁੱਕਾ ਹੈ ਕਿ ਉਹ ਇੱਕ ਵਰਲਡ ਪਾਵਰ ਬਣ ਚੁੱਕਾ ਹੈ। ਪਰ ਇਸ ਇੱਕ ਮੁੱਦੇ ਨੇ ਹੀ ਭਾਰਤ ਨੂੰ ਇਸ ਪੋਜੀਸ਼ਨ ਤੇ ਲਿਆ ਕੇ ਖੜਾ ਕਰ ਦਿੱਤਾ ਕਟਹਿਰੇ 'ਚ। ਪਰ ਇਹਦਾ ਅਗਲੇ ਦਿਨਾਂ ਵਿੱਚ ਕੀ ਅਸਰ ਹੋਏਗਾ ਇਹ ਦੇਖਣਾ ਹੋਏਗਾ। ਗੁਰਪ੍ਰੀਤ ਬਹੁਤ ਬਹੁਤ ਸ਼ੁਕਰੀਆ, ਔਰ ਪ੍ਰਭਜੋਤ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਓਕੇ ਜੀ, ਬਹੁਤ ਬਹੁਤ ਥੈਂਕ ਯੂ।